Sika friends, welcomes to Gills Mentor e-learning platform. My name is Ajay Sidana and ਇਸ ਲੈਕਚਰ 'ਚ ਆਪਾਂ ਗੱਲ ਕਰਾਂਗੇ PCS 2020 ਦੇ ਪ੍ਰੀਲਿਮ ਐਗਜ਼ਾਮ 'ਚ ਜਨਰਲ ਸਟੱਡੀ ਦੇ ਪੇਪਰ ਦੇ ਹਿਸਟਰੀ ਸਬਜੈਕਟ ਬਾਰੇ। ਯੈਸ ਦੋਸਤੋ, ਆਪਾਂ ਨੂੰ ਇਸੇ ਤਰ੍ਹਾਂ ਸਬਜੈਕਟ ਵਾਈਜ਼ ਸਿਲੈਕਟਿਵ ਹੋਣਾ ਪਏਗਾ ਐਂਡ ਸਬਜੈਕਟ ਨੂੰ ਹਰ ਸਬਜੈਕਟ ਨੂੰ ਸਪੈਸ਼ਲ ਫੋਕਸ ਦੇਣਾ ਪਏਗਾ। ਸੋ ਇਸ ਲੈਕਚਰ 'ਚ ਆਪਾਂ ਹਿਸਟਰੀ ਸਬਜੈਕਟ ਦੀ ਸਟ੍ਰੈਟਜੀ ਐਂਡ ਲੈਕਚਰ ਪਲਾਨ ਬਾਰੇ ਗੱਲ ਕਰਾਂਗੇ। ਸੋ ਤੁਹਾਨੂੰ ਪਤਾ ਹੀ ਹੈ PCS ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਇਜ਼ ਏ ਡ੍ਰੀਮ ਜੋਬ ਫॉर ਐਵਰੀ ਐਸਪਾਇਰੈਂਟ ਬਟ ਇਟ ਰਿਕੁਆਇਰ ਫੁੱਲ ਹਾਰਡ ਵਰਕ, ਫੁੱਲ ਡਿਟੇਲ ਸਟੱਡੀ ਐਂਡ ਫੁੱਲ ਕੰਸਿਸਟੈਂਸੀ। ਸੋ ਅੱਗੇ ਆਪਾਂ ਗੱਲ ਕਰੀਏ, ਦਿਸ ਇਜ਼ ਦੀ ਪ੍ਰੀਲਿਮ ਸਟ੍ਰੈਟਜੀ। ਆਪਾਂ ਵੈਸੇ ਇਹ ਸਾਰਾ ਡਿਟੇਲ 'ਚ ਡਿਸਕਸ ਕਰਕੇ ਆ ਚੁੱਕੇ ਹਾਂ ਮੇਰੀ PCS ਪਲੈਨਿੰਗ ਐਂਡ ਸਟ੍ਰੈਟਜੀ ਵਾਲੀ ਵੀਡੀਓਜ਼ 'ਚ। ਅਗਰ ਤੁਸੀਂ ਨਹੀਂ ਦੇਖੀ ਤਾਂ ਤੁਸੀਂ YouTube 'ਤੇ ਅਵੇਲੇਬਲ ਹੈ, ਤੁਸੀਂ ਉਹਨੂੰ ਦੇਖ ਸਕਦੇ ਹੋ। ਦੈਨ ਇਹਦੇ 'ਚ ਆਪਾਂ ਜਨਰਲ ਸਟੱਡੀ ਦੇ ਪੇਪਰ ਬਾਰੇ ਅੱਜ ਗੱਲ ਕਰ ਰਹੇ ਹਾਂ। ਜਨਰਲ ਸਟੱਡੀ ਦਾ ਜੋ ਪੇਪਰ ਹੈ ਉਹਦੇ 'ਚ ਆਹ 9 ਸਬਜੈਕਟ ਜੋ ਹੈ ਉਹ ਆਉਣਗੇ। ਹਿਸਟਰੀ, ਇੰਟਰਨੈਸ਼ਨਲ ਪੋਲੀਟੀਕਲ ਆਰਗੇਨਾਈਜੇਸ਼ਨ, ਪੋਲਿਟੀ, ਜਨਰਲ ਸਾਇੰਸ, एनवायरमेंटल स्टडीज़, जियोग्राफी, इकनॉमी, पंजाब GK एंड करंट इशू। बट इस लैक्चर 'ਚ ਆਪਾਂ ਮੇਨ ਗੱਲ ਕਰਾਂਗੇ ਹਿਸਟਰੀ ਦੀ ਐਂਡ ਸੈਕਿੰਡ ਗੱਲ ਕਰਾਂਗੇ ਇੰਟਰਨੈਸ਼ਨਲ ਪੋਲੀਟੀਕਲ ਆਰਗੇਨਾਈਜੇਸ਼ਨ ਦੀ। ਇਹਨਾਂ ਦੋਨੋਂ ਸਬਜੈਕਟਸ ਦੀ ਆਪਾਂ ਡਿਟੇਲ 'ਚ ਗੱਲ ਕਰਾਂਗੇ, ਉਹਨਾਂ ਦੀ ਪਲੈਨਿੰਗ ਦੀ ਗੱਲ ਕਰਾਂਗੇ। ਸੋ ਹਿਸਟਰੀ ਪਹਿਲਾਂ ਗੱਲ ਕਰਦੇ ਹਾਂ ਆਪਾਂ ਹਿਸਟਰੀ ਬਾਰੇ। ਸੋ ਦੋਸਤੋ, ਵਟ ਇਜ਼ ਹਿਸਟਰੀ? ਹਿਸਟਰੀ ਇਜ਼ ਆਲ ਦੀ ਇਵੈਂਟਸ ਇਨ ਦੀ ਪਾਸਟ। ਸੋ ਆ ਤੁਹਾਡੇ ਸਾਹਮਣੇ ਟੋਪਿਕ ਵਾਈਜ਼ ਸਿਲੇਬਸ ਦਿੱਤਾ ਹੋਇਆ ਹੈ। ਹਿਸਟਰੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਦੋਸਤੋ? ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਹਿਸਟਰੀ ਜੋ ਹੈ, ਤੁਸੀਂ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਹਿਸਟਰੀ ਹੈ ਐਂਸੀਐਂਟ ਹਿਸਟਰੀ, ਮਿਡੇਵੀਅਲ ਹਿਸਟਰੀ ਐਂਡ ਮੋਡਰਨ ਹਿਸਟਰੀ। ਬਟ ਆਪਾਂ ਨੂੰ ਹੋਰ ਸਪੈਸੀਫਿਕ ਹੋਣਾ ਪਏਗਾ। ਅਗਰ ਆਪਾਂ ਹੋਰ ਬੈਕ ਜਾ ਕੇ ਹੋਰ ਪਾਸਟ ਦੀ ਗੱਲ ਕਰੀਏ ਤਾਂ ਹਿਸਟਰੀ ਦੋਸਤੋ 3 ਤਰ੍ਹਾਂ ਦੀ ਹੁੰਦੀ ਹੈ। ਧਿਆਨ ਨਾਲ ਸੁਣਨਾ, ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ ਅਤੇ ਜਨਰਲ ਹਿਸਟਰੀ। ਪ੍ਰੀ ਹਿਸਟਰੀ ਉਹ ਹਿਸਟਰੀ ਹੈ ਜੋ ਇਵੈਂਟ ਪਾਸਟ 'ਚ ਹੈਪਨ ਹੋਏ ਬਟ ਆਪਣੇ ਕੋਲੋਂ ਉਹਦਾ ਕੋਈ ਰਿਟਨ ਐਵੀਡੈਂਸ ਨਹੀਂ ਹੈ। ਐਂਡ ਪ੍ਰੋਟੋ ਹਿਸਟਰੀ ਉਹ ਹਿਸਟਰੀ ਹੁੰਦੀ ਹੈ ਜਿਹਦਾ ਰਿਟਨ ਐਵੀਡੈਂਸ ਹੈ ਲੇਕਿਨ ਹਜੇ ਤੱਕ ਉਹਨੂੰ ਉਹ ਡੈਸੀਫਰ ਹੀ ਨਹੀਂ ਆਪਾਂ ਕਰ ਸਕੇ। ਜਿਵੇਂ ਕਿ ਇੰਡਸ ਵੈਲੀ ਸਿਵਿਲਾਈਜੇਸ਼ਨ, ਆਪਣੇ ਕੋਲੋਂ ਰਿਟਨ ਫੈਕਟਸ ਹੈ, ਉਹਨਾਂ ਦੀ ਜੋ ਲਿਪੀ ਹੈ, ਜਿਸ ਤਰ੍ਹਾਂ ਉਹ ਲਿਖਦੇ ਸੀ ਆਪਣੇ ਕੋਲੋਂ ਹੈ, ਲੇਕਿਨ ਆਪਾਂ ਉਹਨੂੰ ਹਜੇ ਤੱਕ ਜੋ ਕੰਪਲੀਟਲੀ ਡੈਸੀਫਰ ਹੈ ਉਹ ਆਪਾਂ ਨਹੀਂ ਕਰ ਸਕੇ। ਉਹ ਹੁੰਦੀ ਹੈ ਪ੍ਰੋਟੋ ਹਿਸਟਰੀ। ਐਂਡ ਦੈਨ ਹੁੰਦੀ ਹੈ ਜਨਰਲ ਹਿਸਟਰੀ, ਜਿਹਦੇ ਪੂਰੀ ਤਰ੍ਹਾਂ ਆਪਣੇ ਕੋਲੋਂ ਰਿਟਨ ਡਾਕੂਮੈਂਟ ਅਵੇਲੇਬਲ ਹੈ, ਉਹਨਾਂ ਨੂੰ ਆਪਾਂ ਕਹਿੰਦੇ ਆ ਜਨਰਲ ਹਿਸਟਰੀ। ਸੋ ਇਹਦੇ 'ਚ ਅਗਰ ਆਪਾਂ ਸਿਲੇਬਸ ਦੀ ਗੱਲ ਕਰੀਏ ਤਾਂ ਪ੍ਰੀ ਹਿਸਟੋਰੀਕਲ ਪੀਰੀਅਡ ਇਹਦੇ 'ਚ ਨਹੀਂ ਦਿੱਤਾ ਗਿਆ ਕਿ ਹਿਊਮਨ ਦੀ ਇਵੈਲੂਏਸ਼ਨ ਕਿਸ ਤਰ੍ਹਾਂ ਹੋਈ, ਕਿਸ ਤਰ੍ਹਾਂ ਹੋਮੋਸੇਪੀਅਨਸ ਬਣੇ, ਰਾਮਾ ਕੀ ਚੀਜ਼ ਸੀ, ਜੋ ਇੱਕ ਵਰਲਡ ਦੇ ਵਿੱਚ ਇੱਕ ਜਗ੍ਹਾ ਸੀ ਜਿੱਥੇ ਹਿਊਮਨ ਦੀ ਡਿਵੈਲਪਮੈਂਟ ਹੋਈ ਸਟਾਰਟਿੰਗ ਤੋਂ। ਦੈਨ ਜੋ ਆਪਾਂ ਗੱਲ ਕਹੀਏ ਕਿ ਦੈਨ ਆਸਟ੍ਰੇਲੀਆ ਦੇ ਵਿੱਚ ਸਟਾਰਟਿੰਗ ਹੋਈ, ਤਾਂ ਉਹ ਚੀਜ਼ਾਂ ਇਹਦੇ ਵਿੱਚ ਜੋ ਹੈ ਉਹ ਨਹੀਂ ਦਿੱਤੀਆਂ ਗਈਆਂ। ਇਹਦੇ ਵਿੱਚ ਪਹਿਲਾ ਟੋਪਿਕ ਦਿੱਤਾ ਗਿਆ ਪ੍ਰੋਟੋ ਹਿਸਟਰੀ ਦਾ, ਦੈਟ ਇਜ਼ ਇੰਡਸ ਵੈਲੀ ਸਿਵਿਲਾਈਜੇਸ਼ਨ ਦਾ। ਐਂਡ ਦੈਨ ਸਾਰੇ ਦੇ ਸਾਰੇ ਜੋ ਡਾਕੂਮੈਂਟ ਹੈ ਔਰ ਜੋ ਸਾਰੇ ਜੋ ਟੋਪਿਕ ਹੈ ਉਹ ਹੈ ਉਹਨਾਂ ਇਵੈਂਟਸ ਬਾਰੇ ਜਿਨ੍ਹਾਂ ਦੇ ਆਪਣੇ ਕੋਲੋਂ ਡਾਕੂਮੈਂਟਸ ਜਾਂ ਜਿਨ੍ਹਾਂ ਦੀ ਰਿਟਨ ਐਵੀਡੈਂਸ ਮੌਜੂਦ ਹੈ। ਦੈਟ ਇਜ਼ ਜਨਰਲ ਹਿਸਟਰੀ ਦੇ ਜੋ ਹੈ ਉਹ ਸਾਰੇ ਇਵੈਂਟਸ ਉਹ ਆਪਾਂ ਨੂੰ ਡਿਸਕਸ ਕਰਨੇ ਹੋਣਗੇ। ਤੁਸੀਂ ਇਹ ਕਹਿ ਸਕਦੇ ਹੋ ਕਿ ਮੋਟਾ ਮੋਟਾ ਇਹ ਸਿਲੇਬਸ ਦੇ ਅਕੋਰਡਿੰਗ ਅਗਰ ਆਪਾਂ ਗੱਲ ਕਰੀਏ ਤਾਂ 3000 BC ਤੋਂ 2020 ਜੋ ਇਸ ਟਾਈਮ 2020 AD ਚੱਲ ਰਿਹਾ ਹੈ, ਤਾਂ ਇਹਦੇ ਬਾਰੇ ਆਪਾਂ ਨੂੰ ਯਾਨੀ ਕਿ 5000 ਈਅਰਸ ਦਾ ਇਤਿਹਾਸ, 5000 ਈਅਰ ਦਾ ਇਤਿਹਾਸ ਆਪਾਂ ਨੂੰ ਅਗਲੇ 50 ਦਿਨ ਜਾਂ 60 ਦਿਨਾਂ ਦੇ ਵਿੱਚ ਆਪਾਂ ਨੂੰ ਕਰਨਾ ਹੋਏਗਾ। ਇਹ ਆਪਣੀ ਪਲੈਨਿੰਗ ਜੋ ਹੈ ਉਹ ਰਹੇਗੀ। ਸੋ ਉਸ ਤੋਂ ਬਾਅਦ ਵਰਲਡ ਹਿਸਟਰੀ ਬਾਰੇ ਆਪਾਂ ਥੋੜ੍ਹਾ ਡਿਟੇਲ ਅੱਗੇ ਡਿਸਕਸ ਕਰਾਂਗੇ, ਲੇਕਿਨ ਇਹਦੀ ਤੁਸੀਂ ਇੰਨਾ ਸਮਝ ਲਓ ਕਿ ਵਰਲਡ ਹਿਸਟਰੀ ਦੇ ਵਿੱਚ ਮੇਨਲੀ ਜੋ ਚੀਜ਼ਾਂ ਦਿੱਤੀਆਂ ਗਈਆਂ ਉਹ ਸਿਰਫ ਅਤੇ ਸਿਰਫ ਰੈਵੋਲਿਊਸ਼ਨ ਦਾ ਦਿੱਤਾ ਗਿਆ ਹੈ। ਸਿਰਫ ਤਾਂ ਮੈਂ ਜ਼ਰੂਰ ਕਹਿ ਰਿਹਾ ਲੇਕਿਨ ਰੈਵੋਲਿਊਸ਼ਨ ਕਾਫੀ ਕੰਸਾਈਜ਼ ਕਰ ਦਿੱਤਾ ਗਿਆ ਇਹਨੂੰ। ਸੋ ਇਹ ਹੈ ਰੈਵੋਲਿਊਸ਼ਨ ਯੂਰਪ ਦੇ ਵਿੱਚ, ਰੈਵੋਲਿਊਸ਼ਨ ਜੋ ਹੈ ਫਰੈਂਚ, USA, ਰਸ਼ੀਅਨ ਐਂਡ ਵਰਲਡ ਵੋਰ 1 ਐਂਡ 2 ਡਿਟੇਲ 'ਚ ਡਿਸਕਸ ਕਰਾਂਗੇ ਅੱਗੇ ਜਾ ਕੇ। ਬਟ ਉਸ ਤੋਂ ਬਾਅਦ ਜੋ ਸੈਕਿੰਡ ਸਬਜੈਕਟ ਦੀ ਆਪਾਂ ਗੱਲ ਕੀਤੀ, ਜੋ ਇੰਟਰਨੈਸ਼ਨਲ ਪੋਲੀਟੀਕਲ ਆਰਗੇਨਾਈਜੇਸ਼ਨ ਹੈ, ਮੇਨਲੀ ਇਸ ਤੋਂ ਬਾਅਦ ਮੈਂ ਜ਼ਿਆਦਾ ਗੱਲ ਇਸ ਬਾਰੇ ਕਰੂੰਗਾ ਕਿ ਜੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਉਹਨਾਂ ਬਾਰੇ ਵੀ ਆਪਾਂ ਕੀ ਪਲੈਨਿੰਗ ਜਾਂ ਕੀ ਸਟ੍ਰੈਟਜੀ ਹੈ ਉਹਨਾਂ ਨੂੰ ਪੜ੍ਹਨ ਦੀ, ਉਹ ਆਪਾਂ ਸਾਰਾ ਇਸ ਲੈਕਚਰ 'ਚ ਡਿਸਕਸ ਕਰਾਂਗੇ। ਸੋ ਚਲਦੇ ਹਾਂ ਆਪਾਂ ਆਪਣੇ ਮੇਨ ਟੋਪਿਕ ਵੱਲ, ਦੈਟ ਇਜ਼ ਪਲੈਨਿੰਗ ਐਂਡ ਸਟ੍ਰੈਟਜੀ ਫॉर ਹਿਸਟਰੀ ਸਬਜੈਕਟ।
ਸੋ ਪਲੈਨਿੰਗ ਦੀ ਸਟ੍ਰੈਟਜੀ ਕੀ ਰਹੇਗੀ? ਪਲੈਨਿੰਗ ਦੀ ਸਟ੍ਰੈਟਜੀ ਹਰ ਸਬਜੈਕਟ ਲਈ ਸੇਮ ਰਹੇਗੀ। ਪਹਿਲਾਂ ਮੈਂ ਤੁਹਾਨੂੰ ਦੱਸਦਾ, ਜੋ ਆਪਾਂ YouTube ਦੀ ਵੀਡੀਓ 'ਚ ਵੀ ਆਪਾਂ ਡਿਸਕਸ ਕੀਤਾ ਹੈ ਕਿ PCS ਦੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਉਹ ਸਟ੍ਰੈਟਜੀ ਮੇਰਾ ਇੱਕ ਫਾਰਮੂਲਾ ਹੈ, ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਉਹ ਹੈ GTRP। ਜਿਸ ਤਰ੍ਹਾਂ ਟੈਲੀਵਿਜ਼ਨ ਰੇਟਿੰਗ ਪੁਆਇੰਟ ਹੁੰਦੇ ਆ ਨਾ, TRP, ਉਸੇ ਤਰ੍ਹਾਂ ਤੁਹਾਨੂੰ ਆਪਦੇ ਰੇਟਿੰਗ ਪੁਆਇੰਟ ਡੇ ਬਾਈ ਡੇ ਫੁੱਲ ਇਨਕਰੀਜ਼ ਕਰਨੇ ਪੈਣਗੇ। ਬਟ ਉਹਨਾਂ ਦੀ ਜੋ ਫੁੱਲ ਫਾਰਮ ਹੈ ਉਹ ਮੇਰੇ ਅਕੋਰਡਿੰਗ ਹੈ G ਮੀਨਸ ਗੁਰੂ, ਦੈਟ ਇਜ਼ ਗਾਈਡ। ਤੁਹਾਨੂੰ ਇੱਕ ਪ੍ਰੋਪਰ ਗਾਈਡੈਂਸ ਚਾਹੀਦੀ ਹੈ ਹਰ ਸਬਜੈਕਟ ਦੇ ਐਕਸਪਰਟ ਤੋਂ। ਸੋ ਮੈਂ ਤੁਹਾਨੂੰ ਇਹਦੇ ਵਿੱਚ ਦੱਸਿਆ ਸੀ ਕਿ ਉਹ ਐਕਸਪਰਟ ਤੁਸੀਂ ਆਪ ਵੀ ਹੋ ਸਕਦੇ ਹੋ। ਅਗਰ ਤੁਹਾਡੇ ਕੋਲੋਂ ਪਹਿਲਾਂ ਥੋੜ੍ਹਾ ਵੀ ਐਕਸਪੀਰੀਅੰਸ ਹੈ ਤਾਂ ਤੁਸੀਂ ਆਪ ਦੇ ਗਾਈਡ ਆਪ ਹੋ ਸਕਦੇ ਹੋ, ਕਿਉਂਕਿ ਬੰਦਾ ਆਪਦੀਆਂ ਗਲਤੀਆਂ ਤੋਂ ਹੀ ਸਿੱਖਦਾ ਹੈ। ਸੋ ਉਹ ਤੁਸੀਂ ਖੁਦ ਹੋ ਸਕਦੇ ਹੋ। ਅਗਰ ਤੁਹਾਨੂੰ ਉਸ ਚੀਜ਼ ਦਾ ਥੋੜ੍ਹਾ ਤਜਰਬਾ ਘੱਟ ਹੈ ਤਾਂ ਉਹ ਗਾਈਡ ਕੋਈ ਹੋਰ ਹੋ ਸਕਦਾ ਹੈ। ਸਬਜੈਕਟ ਬਾਈ ਸਬਜੈਕਟ ਐਕਸਪਰਟ ਦੀ ਜ਼ਰੂਰਤ ਹੁੰਦੀ ਹੈ। ਦੈਨ ਹਰ ਟੋਪਿਕ, ਜੋ ਟੋਪਿਕ ਸਿਲੇਬਸ ਦੇ ਵਿੱਚ ਦਿੱਤਾ ਹੈ, ਉਹਦੀ ਫੁੱਲ ਡਿਟੇਲ, ਫੁੱਲ ਮੀਨਸ ਫੁੱਲ ਫਰੈਂਡਸ। ਤੁਹਾਨੂੰ ਅੱਗੇ ਜਾ ਕੇ ਆਪਾਂ ਇਸ ਲੈਕਚਰ ਦੇ ਲਾਸਟ 'ਤੇ ਆਪਾਂ 10 ਕੁਐਸਚਨਸ ਡਿਸਕਸ ਕਰਾਂਗੇ। ਉਹ ਕੁਐਸਚਨ ਤੋਂ ਡਿਸਕਸ ਕਰਨ ਦਾ ਮੇਰਾ ਭਾਵ ਇਹੀ ਹੈ ਕਿ ਤੁਸੀਂ ਇਹ ਦੇਖੋ, ਹਿਸਟਰੀ ਸੇਮ ਰਹਿੰਦੀ ਹੈ ਦੋਸਤੋ। ਹਿਸਟਰੀ ਕਿਸੇ ਐਗਜ਼ਾਮ ਲਈ ਬਦਲ ਨਹੀਂ ਜਾਂਦੀ, ਲੇਕਿਨ ਐਗਜ਼ਾਮ ਬਾਈ ਐਗਜ਼ਾਮ ਉਹਦਾ ਲੈਵਲ ਡੀਪ ਹੁੰਦਾ ਜਾਂਦਾ ਹੈ। ਸੋ ਹਿਸਟਰੀ ਉਹੀ ਹੈ। ਆਹੀ ਟੋਪਿਕ ਤੁਹਾਨੂੰ ਕਲੈਰੀਕਲ ਐਗਜ਼ਾਮ 'ਚ ਮਿਲਣਗੇ, ਆਹੀ ਟੋਪਿਕ ਤੁਹਾਨੂੰ ਪਟਵਾਰੀ ਦੇ ਐਗਜ਼ਾਮ 'ਚ ਮਿਲਣਗੇ, ਆਹੀ ਟੋਪਿਕ ਤੁਹਾਨੂੰ ਫੂਡ ਇੰਸਪੈਕਟਰ ਜਾਂ ਹੋਰ ਕਾਨੂੰਗੋ ਜਾਂ ਕਿਸੇ ਵੀ ਐਗਜ਼ਾਮ 'ਚ ਕਹਿ ਦਈਏ ਉਹੀ ਟੋਪਿਕ ਹੈ। ਉਹੀ ਟੋਪਿਕ ਜਿਹੜੇ ਹੈ ਉਹ ਆਪਣੇ ਸਿਵਲ ਸਰਵਿਸਿਜ਼ ਦੇ ਐਗਜ਼ਾਮ 'ਚ ਹੈ। ਫ਼ਰਕ ਕੀ ਹੈ? ਫ਼ਰਕ ਹੈ ਡਿਟੇਲ ਦਾ। ਕਿਸੇ ਦੇ ਵਿੱਚ ਆਪਾਂ ਸਿਰਫ ਫਿਰਨੀ ਤੋਂ ਹੀ ਜਾਣਾ ਹੁੰਦਾ ਅਤੇ ਓਨਾ ਹੀ ਸਫੀਸ਼ੀਐਂਟ ਹੁੰਦਾ ਹੈ। ਕਿਸੇ 'ਚ ਆਪਾਂ ਥੋੜ੍ਹਾ ਹੋਰ ਡਿਟੇਲ ਜਾਣਾ ਹੁੰਦਾ ਹੈ, ਲੇਕਿਨ ਇਹਦੇ 'ਚ ਆਪਾਂ ਫੁੱਲ ਡੈਪਥ ਦੇ ਵਿੱਚ ਉਸ ਟੋਪਿਕ ਨੂੰ ਕਰਨਾ ਹੁੰਦਾ ਹੈ। ਇਸ ਚੀਜ਼ ਦਾ ਬੈਨੀਫਿਟ ਵੀ ਬੜਾ ਮਿਲਦਾ ਹੈ। ਇਸ ਚੀਜ਼ ਦਾ ਬੈਨੀਫਿਟ ਇਹ ਮਿਲਦਾ ਹੈ ਕਿ ਅਗਰ ਤੁਸੀਂ ਇੰਨੀ ਡਿਟੇਲ ਦੇ ਵਿੱਚ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਹੋ ਤਾਂ ਅਨਫੋਰਚੂਨੇਟਲੀ, ਵੈਸੇ ਕਦੇ ਹੁੰਦਾ ਨਹੀਂ ਹੈ ਲੇਕਿਨ ਫਿਰ ਵੀ ਚਲੋ ਕੁਛ ਇੱਕ ਨੂੰ ਮੌਕਾ ਮਿਲੂਗਾ, ਅਨਫੋਰਚੂਨੇਟਲੀ ਕੁਝ ਊਚ ਨੀਚ ਹੁੰਦੀ ਹੈ ਤਾਂ ਉਹਦੇ ਨਾਲ ਤਾਂ ਬੈਨੀਫਿਟ ਇਹ ਹੁੰਦਾ ਹੈ ਕਿ ਤੁਹਾਡੀ ਬਾਕੀ ਕਾਫੀ 99% ਐਗਜ਼ਾਮ ਲਈ ਤੁਹਾਡੀ ਤਿਆਰੀ ਫੁੱਲ ਹੋ ਜਾਂਦੀ ਹੈ। ਇਹ ਮੇਨ ਬੈਨੀਫਿਟ ਰਹਿੰਦਾ ਹੈ। ਚਲੋ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਟੋਪਿਕ ਦੀ ਡਿਟੇਲ, ਤੁਹਾਡੇ ਖੁਦ ਦੇ ਨੋਟਸ ਜ਼ਰੂਰ ਬਣਾਉਣੇ ਪੈਣਗੇ, ਚਾਹੇ ਹਿਸਟਰੀ ਹੈ, ਚਾਹੇ ਕਿਸੇ ਵੀ ਸਬਜੈਕਟ ਦੇ ਹੈ, ਚਾਹੇ ਤੁਸੀਂ ਸ਼ੋਰਟ ਦੇ ਵਿੱਚ ਬਣਾਓ, ਲੇਕਿਨ ਆਪਦੇ ਹੱਥ ਨਾਲ ਲਿਖਣਾ ਬਹੁਤ ਜ਼ਰੂਰੀ ਹੈ। ਦੈਨ ਉਹਦੀ ਵਾਰ-ਵਾਰ ਰਿਵੀਜ਼ਨ ਕਰਨੀ, ਐਂਡ ਦੈਨ ਕਿਸੇ ਵੀ ਟੈਸਟ ਸੀਰੀਜ਼ ਜਾਂ MCQ ਮੇਨਲੀ ਉਸ ਤਰ੍ਹਾਂ ਫੋਕਸ ਕਰਕੇ ਕਿ ਤੁਸੀਂ ਐਗਜ਼ਾਮ ਦੇ ਵਿੱਚ ਬੈਠੇ ਹੋ। ਜਿਵੇਂ ਕ੍ਰਿਕਟ ਦੇ ਖਿਡਾਰੀ ਜਾਂ ਕਿਸੇ ਵੀ ਐਗਜ਼ਾਮ ਦੇ ਕਿਸੇ ਵੀ ਸਪੋਰਟ ਦੇ ਖਿਡਾਰੀ ਨੈਟ ਪ੍ਰੈਕਟਿਸ ਜਾਂ ਪ੍ਰੈਕਟਿਸ ਕਰਦੇ ਆ ਨਾ ਐਗਜ਼ਾਮ ਤੋਂ ਪਹਿਲਾਂ, ਉਹ ਪ੍ਰੈਕਟਿਸ ਤੁਹਾਨੂੰ ਹੋਣੀ ਚਾਹੀਦੀ ਹੈ ਕਿ ਜਿੱਥੇ ਤੁਸੀਂ ਖੁਦ ਓਰੀਜਨਲੀ ਫੀਲ ਕਰੋ ਕਿ ਯੈਸ ਆਈ ਐਮ ਇਨ ਦੀ ਐਗਜ਼ਾਮ ਐਂਡ ਹਾਊ ਟੂ ਬਿਹੇਵ ਇਨ ਦੀ ਐਗਜ਼ਾਮ। ਕਿਉਂਕਿ ਐਗਜ਼ਾਮ ਦੇ ਵਿੱਚ ਤੁਸੀਂ ਪਹਿਲਾਂ ਐਗਜ਼ਾਮ ਤੋਂ ਪਹਿਲਾਂ ਪੜ੍ਹ ਵੀ ਲਓਗੇ, ਲੇਕਿਨ ਮੇਨ ਜੋ ਫੋਕਸ ਰਹਿੰਦਾ ਹੈ ਉਹ ਐਗਜ਼ਾਮ ਦੇ ਦੌਰਾਨ ਹਾਊ ਯੂ ਕੰਟਰੋਲ ਯੂਅਰ ਨਰਵਸ। ਤੁਸੀਂ ਕਿਤੇ ਘਾਬਰਦੇ ਤਾਂ ਨਹੀਂ ਹੋ, ਤੁਹਾਡੇ 'ਤੇ ਕਿਤੇ ਪ੍ਰੈਸ਼ਰ ਤਾਂ ਨਹੀਂ ਆਉਂਦਾ। ਉਹ ਸਾਰੀ ਚੀਜ਼ ਯੂਜ਼ ਕਰਨ ਵਾਸਤੇ ਤੁਹਾਨੂੰ ਕਿਸੇ ਵੀ ਐਗਜ਼ਾਮ ਦੀ ਟੈਸਟ ਸੀਰੀਜ਼ ਸਭ ਤੋਂ ਇੰਪੋਰਟੈਂਟ ਹੁੰਦੀ ਹੈ, ਜਿਹਨੂੰ ਤੁਸੀਂ ਪੂਰਾ ਸੀਰੀਅਸ ਲੈ ਕੇ ਇਹ ਸੋਚ ਕੇ ਕਰੋ ਕਿ ਇਸ ਟਾਈਮ ਮੈਂ ਐਗਜ਼ਾਮ ਹਾਲ ਦੇ ਵਿੱਚ ਹੀ ਬੈਠਾ ਜਾਂ ਬੈਠੀ ਹਾਂ। ਨੈਕਸਟ ਆਪਾਂ ਹਿਸਟਰੀ ਬਾਰੇ ਗੱਲ ਕਰੀਏ ਕਿ ਆਪਾਂ ਕੀ ਪੜ੍ਹਾਂਗੇ, ਕਿਸ ਤਰ੍ਹਾਂ ਪੜ੍ਹਾਂਗੇ। ਤਾਂ ਹਿਸਟਰੀ ਦੀ ਅਗਰ ਆਪਾਂ ਗੱਲ ਕਰੀਏ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਸਿਲੇਬਸ ਦੇ ਵਿੱਚ ਪ੍ਰੀ ਹਿਸਟਰੀ ਦਾ ਪੀਰੀਅਡ ਨਹੀਂ ਦਿੱਤਾ ਗਿਆ, ਸੋ ਜਨਰਲ ਹਿਸਟਰੀ ਦੇ ਜ਼ਿਆਦਾ ਦਿੱਤਾ ਗਿਆ। ਸੋ ਆਪਾਂ ਨੂੰ ਕੀ ਪੜ੍ਹਨਾ ਹੋਏਗਾ? ਐਂਸੀਐਂਟ ਹਿਸਟਰੀ, ਮਿਡੇਵੀਅਲ ਹਿਸਟਰੀ ਐਂਡ ਮੋਡਰਨ ਹਿਸਟਰੀ। ਸੋ ਥੱਲੇ ਮੈਂ ਤੁਹਾਨੂੰ ਇੱਕ ਸੈਂਪਲ ਦਿੱਤਾ ਹੈ ਕਿ ਆਪਣਾ ਕਿਸ ਤਰ੍ਹਾਂ ਦਾ ਜੋ ਹੈ ਉਹ ਰਹੇਗਾ ਜਾਂ ਤੁਹਾਡਾ ਰਹਿਣਾ ਚਾਹੀਦਾ ਹੈ। ਜੋ ਤਰੀਕਾ ਹੈ ਉਹ ਇਸ ਤਰ੍ਹਾਂ ਦੇਖੋ ਕਿ ਸਭ ਤੋਂ ਪਹਿਲਾਂ ਜਿਹੜੇ ਵੀ ਕੈਲੰਡਰ ਆਪਾਂ ਯੂਜ਼ ਕਰਦੇ ਹਾਂ, ਜਿਹੜੇ ਵੀ ਤੁਸੀਂ ਤੁਹਾਡੇ ਰੂਮ 'ਚ ਕੈਲੰਡਰ ਲੱਗਿਆ ਹੋਏਗਾ, ਤੁਹਾਡੇ ਮੋਬਾਈਲ ਦੇ ਵਿੱਚ ਕੈਲੰਡਰ ਹੋਏਗਾ, ਉਹ ਸਾਰੇ ਕੈਲੰਡਰ ਹੈ ਕ੍ਰਿਸਚੀਅਨ ਕੈਲੰਡਰ, ਦੈਟ ਇਜ਼ ਗ੍ਰੀਗੋਰੀਅਨ ਕੈਲੰਡਰ। ਸੋ ਗ੍ਰੀਗੋਰੀਅਨ ਕੈਲੰਡਰ ਕੀ ਕਹਿੰਦਾ ਹੈ? ਉਹ 0 ਨੂੰ ਮੰਨਦਾ ਹੈ ਬਰਥ ਆਫ ਕ੍ਰਾਈਸਟ। ਬਰਥ ਆਫ ਕ੍ਰਾਈਸਟ ਮੰਨਦਾ ਹੈ। 0 ਤੋਂ ਪਹਿਲਾਂ ਨੂੰ ਕਹਿੰਦਾ ਹੈ BC, ਦੈਟ ਇਜ਼ ਬਿਫੋਰ ਕ੍ਰਾਈਸਟ, ਅਤੇ 0 ਤੋਂ ਬਾਅਦ ਵਾਲਿਆਂ ਨੂੰ ਕਹਿੰਦਾ ਹੈ AD, ਦੈਟ ਇਜ਼ ਐਨਾ ਡੋਮਿਨੀ, ਆਫਟਰ ਦੀ ਬਰਥ ਆਫ ਕ੍ਰਾਈਸਟ। ਉਹਦਾ ਇਹ ਮਤਲਬ ਹੈ। ਦੈਨ ਅਗਰ ਆਪਾਂ ਹਿਸਟਰੀ ਦੀ ਗੱਲ ਕਰੀਏ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਿਲੇਬਸ ਕੀ ਡਿਮਾਂਡ ਕਰ ਰਿਹਾ ਹੈ? ਇਹ ਡਿਮਾਂਡ ਕਰ ਰਿਹਾ ਹੈ ਕਿ 2250, ਅਗਰ ਆਪਾਂ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਦਿੱਤਾ ਹੋਇਆ ਹੈ, ਲੇਕਿਨ ਆਪਾਂ ਜੋ ਫੋਲੋ ਕਰਾਂਗੇ ਉਹ ਟੋਟਲੀ ਫੋਲੋ ਕਰਾਂਗੇ NCERT ਨੂੰ। ਸੋ NCERT ਦੇ ਅਕੋਰਡਿੰਗ 2250, ਠੀਕ ਹੈ, 2250 BC, ਸੋ ਤੋਂ 750 BC ਦਾ ਰਿਹਾ ਸੀ ਪੀਰੀਅਡ ਇੰਡਸ ਵੈਲੀ ਸਿਵਿਲਾਈਜੇਸ਼ਨ ਦਾ। ਇਹ ਉਹ ਪੀਰੀਅਡ ਸੀ ਜਦੋਂ ਆਪਾਂ ਕਹਿ ਦਈਏ ਕਿ ਹਿਊਮਨ ਦੀ ਇਵੈਲਿਊਏਸ਼ਨ ਆਦਿ ਮਾਨਵ ਤੋਂ ਬਾਅਦ ਜੋ ਮਾਨਵ ਆਪਦੀ ਮੇਨ ਫੋਰਮ ਦੇ ਵਿੱਚ ਆਇਆ,
ਬਟ ਸਿਰਫ ਇੰਡਸ ਵੈਲੀ ਸਿਵਲਾਈਜੇਸ਼ਨ ਨਹੀਂ, ਉਹਦੇ ਪੈਰਲਲ ਦੇ ਵਿੱਚ ਚਾਈਨੀਜ਼, ਇਜਿਪਟੀਅਨ ਅਤੇ ਮੈਸੋਪੋਟਾਮੀਅਨ ਜੋ ਸਿਵਲਾਈਜੇਸ਼ਨ ਸੀ ਉਹ ਵੀ ਨਾਲ ਨਾਲ ਫਲੋਰਿਸ਼ ਹੋਈਆਂ। ਲੇਕਿਨ ਆਪਣੇ ਸਿਲੇਬਸ ਦੇ ਵਿੱਚ ਜੋ ਹੈ ਮੇਨ ਆਪਾਂ ਫੋਕਸ ਕਰਾਂਗੇ ਇੰਡਸ ਵੈਲੀ ਸਿਵਲਾਈਜੇਸ਼ਨ, ਸਿੰਧੂ ਘਾਟੀ ਸਭਿਅਤਾ ਜਾਂ ਜਿਹਨੂੰ ਹੜੱਪਾ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ, ਉਸ ਬਾਰੇ ਆਪਾਂ ਡਿਸਕਸ ਕਰਦੇ ਹਾਂ 1250 ਟੂ 1750। ਦੈਨ ਉਹਨਾਂ ਦਾ ਜੋ ਹੈ ਉਹ ਇਹ ਸਿਵਲਾਈਜੇਸ਼ਨ ਖਤਮ ਹੋਈ, ਕੀ ਰੀਜ਼ਨ ਹੋ ਸਕਦੇ ਹੈ ਕਿਉਂਕਿ ਪਤਾ ਹਜੇ ਕਿਸੇ ਨੂੰ ਨਹੀਂ ਹੈ, ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਦੈਨ ਉਸ ਤੋਂ ਬਾਅਦ ਜੋ ਖਾਨਾ ਬਦੋਸ਼ ਪੀਪਲ ਹੁੰਦੇ ਹੈ ਆਰੀਅਨ, ਉਹ ਆਏ ਆਪਣੇ ਇੰਡੀਆ ਦੇ ਵੱਲ, ਨੌਰਥ ਈਸਟ ਇੰਡੀਆ ਦੇ ਵੱਲ, ਨੌਰਥ ਸਾਊਥ ਇੰਡੀਆ ਦੇ ਵੱਲ। ਦੈਨ ਉਹ ਆਏ 1500 ਟੂ 500, ਪਹਿਲਾਂ ਪ੍ਰੀ ਆਇਰਨ ਪੀਰੀਅਡ ਦੈਨ ਪੋਸਟ ਆਇਰਨ ਪੀਰੀਅਡ, ਇਹ ਆਪਾਂ ਡਿਸਕਸ ਕਰਾਂਗੇ। ਉਹਨਾਂ ਦਾ ਲਿਟਰੇਚਰ ਸਭ ਤੋਂ ਮੇਨ ਹੈ ਵੇਦਾਸ, ਉਪਨਿਸ਼ਦ, ਜੋ ਉਹਨਾਂ ਦਾ ਲਿਟਰੇਚਰ ਹੈ ਉਹ ਉਸ ਬਾਰੇ ਡਿਸਕਸ਼ਨ ਕਰਨ ਦੀ ਜ਼ਰੂਰਤ ਹੈ। ਦੈਨ ਕੀ ਹੋਇਆ 500 ਤੋਂ ਬਾਅਦ ਜੋ 3 ਪਾਰਟਾਈਟ ਯੁੱਧ ਹੋਇਆ, ਦੈਨ ਮਗਧ ਐम्पायर ਦੀ ਸ਼ੁਰੂਆਤ ਹੋਈ। ਮਗਧ ਐम्पायर ਜੋ ਹੈ ਉਹ 326 ਦੇ ਕਰੀਬ ਤੋਂ ਸਟਾਰਟ ਹੋ ਕੇ ਜੋ 50 AD ਜਾਂ 100 AD ਦੇ ਕਰੀਬ ਤੋਂ ਜਾਣ ਤੋਂ ਬਾਅਦ ਸ਼ੁਰੂ ਹੋਇਆ ਪੋਸਟ ਮੌਰਿਆ ਪੀਰੀਅਡ। ਚੰਦਰਗੁਪਤ ਮੌਰਿਆ, ਤੁਹਾਨੂੰ ਪਤਾ ਆਪਾਂ ਕੰਪਲੀਟ ਡਿਸਕਸ ਕਰਾਂਗੇ ਕਿ ਚੰਦਰਗੁਪਤ ਮੌਰਿਆ ਅਤੇ ਚੰਦਰਗੁਪਤ ਬਾਅਦ ਵਾਲੇ ਦੇ ਵਿੱਚ ਕੀ ਡਿਫਰੈਂਸ ਹੈ, ਬਹੁਤ ਸਾਲਾਂ ਦਾ ਡਿਫਰੈਂਸ ਹੈ ਅਤੇ ਕੀ ਦੋਨਾਂ ਦੇ ਵਿੱਚ ਡਿਫਰੈਂਸ ਹੈ ਉਹ ਡਿਸਕਸ ਕਰਾਂਗੇ। ਦੈਨ ਗੁਪਤਾ ਪੀਰੀਅਡ, ਵੈਰੀ ਇੰਪੋਰਟੈਂਟ, ਜਿਹੜਾ ਮੈਂ ਚੰਦਰਗੁਪਤ ਦੀ ਗੱਲ ਕਰ ਰਿਹਾ, ਚੰਦਰਗੁਪਤ ਮੌਰਿਆ ਉਹ ਮਗਧ ਐम्पायर ਸੀ, ਦੈਨ ਚੰਦਰਗੁਪਤ ਉਹ ਗੁਪਤਾ ਪੀਰੀਅਡ ਦੀ ਆਪਾਂ ਗੱਲ ਕਰਾਂਗੇ ਉਸ ਤੋਂ ਬਾਅਦ। ਦੈਨ ਜੋ ਹੈ 10th ਸੈਂਚੁਰੀ ਦੇ ਕਰੀਬ ਉਸ ਤੋਂ ਬਾਅਦ ਕਾਫੀ ਸਾਰੀਆਂ ਡਾਇਨੈਸਟੀ ਵਗੈਰਾ, ਕਾਫੀ ਸਾਰੇ ਸਮਰਾਜ ਆਉਂਦੇ ਰਹੇ। ਦੈਨ ਜੋ ਹੈ ਉਹ ਇਵੋਲਿਊਸ਼ਨ ਜੋ ਆਪਣੇ ਸਟਾਰਟ ਹੋਇਆ ਮਹਿਮੂਦ ਗਜਨੀ, ਜੋ ਇਸਲਾਮ ਦੀ ਸ਼ੁਰੂਆਤ ਅਗਰ ਆਪਾਂ ਗੱਲ ਕਰਦੇ ਹਾਂ ਸਿਲੇਬਸ ਦੇ ਵਿੱਚ ਹੈ ਦੀ ਸਟਾਰਟਿੰਗ ਆਫ ਇਸਲਾਮ, ਮਹਿਮੂਦ ਗਜਨੀ, ਦੈਨ ਮਹਿਮੂਦ ਗੋਰੀ, ਡਿਫਰੈਂਟ ਜੋ ਇਸਲਾਮਿਕ ਆਉਂਦੇ ਰਹੇ। ਦੈਨ ਡਿਫਰੈਂਟ ਰਾਜਪੂਤ ਕਿੰਗਸ ਰਹੇ ਇਸ ਪੀਰੀਅਡ ਦੇ ਦੌਰਾਨ। ਦੈਨ ਦਿੱਲੀ ਸਲਤਨਤ, ਬਹੁਤ ਹੀ ਜ਼ਰੂਰੀ, ਬਹੁਤ ਹੀ ਇੰਪੋਰਟੈਂਟ ਜੋ ਆਪਣੇ ਇੰਡੀਆ ਦੀ ਹਿਸਟਰੀ ਦੇ ਵਿੱਚ ਰਿਹਾ, ਦੈਟ ਇਜ਼ ਗੁਲਾਮ ਵੰਸ਼ ਦੀ ਜੋ ਸਥਾਪਨਾ ਹੋਈ ਸੀ, ਜੋ ਇਲਤੁਤਮਿਸ਼ ਐਂਡ ਉਹ ਸਾਰੀ ਆਪਾਂ ਚੀਜ਼ਾਂ ਕਰਦੇ ਹਾਂ। ਦੈਨ ਉਹ 12th ਸੈਂਚੁਰੀ ਦਿੱਲੀ ਸਲਤਨਤ। ਦੈਨ ਉਸ ਤੋਂ ਬਾਅਦ ਮੁਗਲ ਐम्पायर, ਜੋ ਗੋਲਡਨ ਪੀਰੀਅਡ ਕਹਿੰਦੇ ਹੈ ਇੰਡੀਅਨ ਹਿਸਟਰੀ ਦਾ, ਦੈਟ ਇਜ਼ ਮੁਗਲ ਐम्पायर। ਉਸ ਤੋਂ ਬਾਅਦ 15th ਸੈਂਚੁਰੀ ਜੋ ਹੈ ਐਡਵੈਂਟ ਆਫ ਯੂਰੋਪੀਅਨਸ, ਜੋ ਯੂਰੋਪੀਅਨ ਆਉਣ ਲੱਗੇ, ਵਾਸਕੋ ਡੀ ਗਾਮਾ ਆਇਆ, ਦੈਨ ਜੋ ਯੂਰੋਪੀਅਨਸ ਆਉਣ ਲੱਗੇ। ਦੈਨ 1600 ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਈਸਟ ਇੰਡੀਆ ਕੰਪਨੀ ਜੋ ਹੈ ਉਹਦੀ ਸ਼ੁਰੂਆਤ ਹੋਈ। ਦੈਨ ਉਸ ਤੋਂ ਬਾਅਦ ਆਪਣਾ ਸਟਾਰਟ ਹੁੰਦਾ ਹੈ ਜੋ ਇੰਡੀਅਨ ਫਰੀडम ਸਟਰਗਲ, ਜੋ ਕਿ ਯਾਨੀ ਕਿ ਕਹਿਣ ਦਾ ਮਤਲਬ ਜੋ ਆਪਣੀ ਜੋ ਇਸ ਹਿਸਟਰੀ ਜੋ ਮੰਗ ਹੈ ਉਹ ਹੈ 2250 BC ਤੋਂ ਪੜ੍ਹ ਕੇ 1947 ਤੱਕ, ਦੇਸ਼ ਦੇ ਆਜ਼ਾਦ ਹੋਣ ਤੱਕ। ਇਹ ਜੋ ਮੇਨ ਜੋ ਪੀਰੀਅਡ ਹੈ, ਇਸ ਪੀਰੀਅਡ ਨੂੰ ਆਪਾਂ 3 ਹਿੱਸਿਆਂ 'ਚ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਐਂਸੀਐਂਟ ਹਿਸਟਰੀ, ਦੈਨ ਮਿਡੇਵੀਅਲ ਜੋ ਦਿੱਲੀ ਸਲਤਨਤ ਵਾਲਾ ਪੀਰੀਅਡ ਹੈ, ਦੈਨ ਮੋਡਰਨ ਹਿਸਟਰੀ ਜੋ 1600 ਤੋਂ ਬਾਅਦ ਦੀ ਈਸਟ ਇੰਡੀਆ ਕੰਪਨੀ ਬਣਨ ਤੋਂ ਬਾਅਦ ਦੀ ਆਪਾਂ ਮੇਨਲੀ ਗੱਲ ਕਰਦੇ ਹਾਂ, ਜਿਹਦੇ ਸਭ ਤੋਂ ਇੰਪੋਰਟੈਂਟ ਆਉਂਦਾ ਹੈ 1857 ਦਾ ਸਿਪੋਏ ਮੁਟੀਨੀ, ਜੋ ਸੁਤੰਤਰਤਾ ਦਾ ਸੰਗਰਾਮ ਸੀ 1857, ਉਸ ਬਾਰੇ। ਐਂਡ ਉਸ ਤੋਂ ਬਾਅਦ ਜੋ ਗਾਂਧੀਅਨ ਈਰਾ ਆਉਂਦਾ ਹੈ 1900 ਦੇ ਵਿੱਚ, ਉਹ ਸਾਰੇ ਬਾਰੇ ਆਪਾਂ ਇੱਕ ਚੀਜ਼ ਜੋ ਹੈ ਉਹ ਡਿਸਕਸ ਕਰਨੀ ਹੈ ਇਸ ਸਿਲੇਬਸ ਦੇ ਅਕੋਰਡਿੰਗ, ਦੈਟ ਇਜ਼ ਇੰਡੀਅਨ ਹਿਸਟਰੀ। ਅੱਗੇ ਗੱਲ ਕਰੀਏ ਦੈਨ ਵਰਲਡ ਹਿਸਟਰੀ ਕੀ ਐਕਸਪੈਕਟ ਕਰਦੀ ਹੈ ਆਪਣੇ ਤੋਂ? ਵਰਲਡ ਹਿਸਟਰੀ ਐਕਸਪੈਕਟ ਕਰਦੀ ਹੈ ਰੈਵੋਲਿਊਸ਼ਨ, ਵੇਰੀਅਸ ਰੈਵੋਲਿਊਸ਼ਨਸ, ਜੋ ਵਰਲਡ ਦੇ ਵਿੱਚ ਰੈਵੋਲਿਊਸ਼ਨਸ ਹੋਈਆਂ। ਦੈਨ ਅਗਰ ਤੁਸੀਂ ਇਸ ਚੀਜ਼ ਬਾਰੇ ਪੜ੍ਹਿਆ ਤਾਂ ਤੁਸੀਂ ਜਾਣਦੇ ਹੋ ਕਿ ਰੈਵੋਲਿਊਸ਼ਨ ਕੀ ਹੁੰਦਾ ਹੈ। ਰੈਵੋਲਿਊਸ਼ਨ ਹੁੰਦਾ ਹੈ ਅ ਸਡਨ ਚੇਂਜ ਇਨ ਪੋਲੀਟੀਕਲ ਆਰਗੇਨਾਈਜੇਸ਼ਨ ਵਿਚ ਅਕਰਸ ਵੈਨ ਪੋਪੂਲੇਸ਼ਨ ਰਿਵੋਲਟ ਅਗੇਂਸਟ ਦੀ ਗੌਰਮੈਂਟ, ਜਦੋਂ ਕਿਸੇ ਦੇਸ਼ ਦੇ ਲੋਕ ਆਪਦੀ ਗੌਰਮੈਂਟ ਦੇ ਕਿਸੇ ਵੀ ਕਾਰਨ ਕਰਕੇ, ਉਹਨਾਂ ਦੀ ਕੋਈ ਜਾਤੀ ਕਰਕੇ ਜਾਂ ਕੋਈ ਵੇਰੀਅਸ ਨੀਤੀ ਉਹਨਾਂ ਦੀਆਂ ਕਰਕੇ, ਕੋਈ ਸ਼ਵੇਤ ਅਸ਼ਵੇਤ ਦੇ ਡਿਫਰੈਂਸ ਕਰਕੇ ਕੋਈ ਰਿਵੋਲਟ ਕ੍ਰੀਏਟ ਹੁੰਦਾ ਹੈ, ਅਤੇ ਉਹਦੇ ਉਸ ਦੇ ਜੋ 2 ਇਫੈਕਟ ਹੁੰਦੇ ਹੈ। ਫਸਟ ਹੁੰਦਾ ਹੈ ਕੰਪਲੀਟ ਚੇਂਜ ਆਫ ਕੰਸਟੀਟਿਊਸ਼ਨ ਉਹਨਾਂ ਦੇ, ਐਂਡ ਸੈਕਿੰਡ ਹੁੰਦਾ ਕੋਈ ਨਾ ਕੋਈ ਮੋਡੀਫਿਕੇਸ਼ਨ ਉਹਨਾਂ ਦੀ ਕੰਸਟੀਟਿਊਸ਼ਨ ਦੇ ਵਿੱਚ। ਕੰਸਟੀਟਿਊਸ਼ਨ ਮੀਨਸ ਉਹਨਾਂ ਦੇ ਸੰਵਿਧਾਨ ਦੇ ਵਿੱਚ, ਉਹਨਾਂ ਦੀਆਂ ਨੀਤੀਆਂ ਦੇ ਵਿੱਚ, ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ। ਸੋ ਵਰਲਡ ਦੇ ਵਿੱਚ ਬਹੁਤ ਜੋ ਰੈਵੋਲਿਊਸ਼ਨ ਹੈ, ਜੋ ਮੇਨ ਕੰਟਰੀਜ਼ ਹੈ, ਉਹਨਾਂ 'ਚ ਕਦੇ ਨਾ ਕਦੇ ਰੈਵੋਲਿਊਸ਼ਨ ਰਿਹਾ ਹੈ। ਸੋ ਇਸ ਤਰ੍ਹਾਂ ਦੇ ਰੈਵੋਲਿਊਸ਼ਨ ਹੀ ਵਰਲਡ ਹਿਸਟਰੀ ਦੇ ਵਿੱਚ ਆਪਾਂ ਪੜ੍ਹਨੇ ਹੈ। ਜਿਵੇਂ ਕਿ ਯੂਰਪ ਦਾ ਰੈਵੋਲਿਊਸ਼ਨ, ਯੂਰਪ ਰੈਵੋਲਿਊਸ਼ਨ ਹੋਈ 1848 ਦੇ ਵਿੱਚ।
ਦੈਨ ਆਪਾਂ ਗੱਲ ਕਰੀਏ ਅਮਰੀਕਨ ਰੈਵੋਲੂਸ਼ਨ, ਅਮਰੀਕਨ ਜਿਸ ਨਾਲ USA ਬਣਿਆ, ਅਮਰੀਕਨ ਰੈਵੋਲੂਸ਼ਨ USA ਦੀ ਜੋ ਇਵੋਲੂਸ਼ਨ ਹੈ ਉਹ ਕਿਵੇਂ ਹੋਈ, ਯੂਨਾਈਟਿਡ ਸਟੇਟਸ ਕਿਵੇਂ ਬਣਿਆ, ਇਹ ਇੱਕ ਰੈਵੋਲੂਸ਼ਨ ਹੋਈ ਸੀ 1776 ਦੇ ਵਿੱਚ, ਇਸ ਬਾਰੇ ਆਪਾਂ ਡਿਸਕਸ ਕਰਾਂਗੇ। ਦੈਨ ਫਰੈਂਚ ਰੈਵੋਲੂਸ਼ਨ 1789, ਇਹਦੇ 'ਚ ਫਰੈਂਚ ਰੈਵੋਲੂਸ਼ਨ ਹੋਇਆ। ਫਰੈਂਚ ਰੈਵੋਲੂਸ਼ਨ ਦਾ ਇੰਡੀਅਨ ਕਨਸਟੀਟਿਊਸ਼ਨ ਦੇ ਉੱਪਰ ਬਹੁਤ ਇਫੈਕਟ ਹੈ, ਕਾਫੀ ਸਾਰੀਆਂ ਚੀਜ਼ਾਂ ਫਰੈਂਚ ਰੈਵੋਲੂਸ਼ਨ 'ਚੋਂ ਲਿੱਤੀਆਂ ਗਈਆਂ। ਦੈਨ ਰਸ਼ੀਅਨ ਰੈਵੋਲੂਸ਼ਨ ਹੋਇਆ 1917 ਦੇ ਵਿੱਚ ਡਿਊਰਿੰਗ ਵਰਲਡ ਵੋਰ, ਠੀਕ ਹੈ 1917 ਦੇ ਵਿੱਚ ਰਸ਼ੀਅਨ ਰੈਵੋਲੂਸ਼ਨ ਹੋਇਆ। ਉਹਦਾ ਕੀ ਇਫੈਕਟ ਹੋਇਆ ਰਸ਼ੀਆ ਤੇ ਉਹਦੇ ਕੀ ਕੰਸੀਕੁਐਂਸਿਸ ਹੋਏ ਦੁਨੀਆ ਤੇ, ਇਹ ਸਾਰੀ ਚੀਜ਼ ਡਿਸਕਸ ਕਰਨੀ ਹੈ। ਦੈਨ ਦੋ ਚੀਜ਼ਾਂ ਡਿਸਕਸ ਕਰਨੀ ਹੈ, ਵਰਲਡ ਵੋਰ 1 ਜੋ 1914 ਦੇ ਕਰੀਬ ਸਟਾਰਟ ਹੋ ਕੇ 1919 ਤੱਕ ਚੱਲੀ ਗਿਆ। ਦੈਨ ਵਰਲਡ ਵੋਰ 1 1918 ਤੱਕ ਕਹਿ ਸਕਦੇ ਹਾਂ ਆਪਾਂ, ਸਾਰਾ ਡਿਸਕਸ ਕਰਾਂਗੇ। ਦੈਨ ਵਰਲਡ ਵੋਰ 2 ਜੋ ਹੈ ਉਹ 1939 ਤੋਂ ਸਟਾਰਟ ਹੋ ਕੇ 45 ਤੱਕ ਉਹਦੇ 'ਚ ਚੱਲੀ ਗਿਆ। ਉਹਦੇ ਕੀ ਕੰਸੀਕੁਐਂਸਿਸ ਰਹੇ ਵਰਲਡ ਤੇ, ਕਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਵਗੈਰਾ ਦੀ ਡਿਵੈਲਪਮੈਂਟ ਹੋਈ ਉਸ ਦੇ ਨਾਲ। ਤਾਂ ਹੀ ਮੈਂ ਜੋ ਹਿਸਟਰੀ ਦੇ ਨਾਲ ਜੋ ਇੰਟਰਨੈਸ਼ਨਲ ਪੋਲਿਟੀ ਹੈ ਜਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਉਹਨੂੰ ਨਾਲ ਹੀ ਜੋੜਿਆ, ਕਿਉਂਕਿ ਇਹ ਜੋ ਜਿੰਨੀਆਂ ਵੀ ਪੋਲੀਟੀਕਲ ਆਰਗੇਨਾਈਜੇਸ਼ਨ ਮੇਨਲੀ ਡਿਵੈਲਪ ਹੋਈਆਂ, ਇਹਨਾਂ ਦਾ ਮੇਨ ਇਫੈਕਟ ਵਰਲਡ ਵੋਰ 2 ਹੀ ਸੀ। ਜਦੋਂ ਕਿ ਸੋਚਿਆ ਗਿਆ ਕਿ ਹੁਣ ਵਰਲਡ ਵੋਰ ਬਹੁਤ ਜੋ ਪਹਿਲਾ ਜਾਂ ਦੂਸਰਾ ਵਰਲਡ ਵੋਰ ਹੋ ਗਏ, ਹੁਣ ਕਿਸ ਦੇ ਵੱਲ ਚੱਲਣਾ ਹੈ, ਪੀਸ ਐਂਡ ਡਿਵੈਲਪਮੈਂਟ ਦੇ ਵੱਲ ਚੱਲਣਾ ਹੈ। ਸੋ ਉਹਦੇ ਨਾਲ ਬਹੁਤ ਸਾਰੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ ਸ਼ੁਰੂਆਤ ਹੋਈ। ਤਾਂ ਹੀ ਆਪਾਂ ਜੋ ਇੰਡੀਅਨ ਐਂਡ ਵਰਲਡ ਹਿਸਟਰੀ ਹੈ ਇਹਦੇ ਨਾਲ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ, ਕਿਉਂਕਿ ਉਹਨਾਂ ਦਾ ਵੀ ਮੇਨ ਕੰਮ ਕੀ ਹੈ, ਪੀਸ ਐਂਡ ਡਿਵੈਲਪਮੈਂਟ। ਸੋ ਇਹ ਸਾਰੀਆਂ ਚੀਜ਼ਾਂ ਵਰਲਡ ਹਿਸਟਰੀ ਦੇ ਵਿੱਚ ਹੈ। ਸੋ ਇਹ ਹੈ ਪਲਾਨ ਕਿ ਕਿਸ ਤਰ੍ਹਾਂ ਲੈਕਚਰਸ ਦਾ ਪਲਾਨ ਰਹਿਣਾ ਚਾਹੀਦਾ, ਜਾਂ ਜੋ ਪਲਾਨ ਆਪਣੇ ਲੈਕਚਰਸ ਦਾ ਰਹੇਗਾ ਉਹ ਇੱਥੇ ਸਾਹਮਣੇ ਤੁਹਾਡੇ ਦਿਖਾ ਰੱਖਿਆ ਕਿ ਇਹ ਹੈ ਲੈਕਚਰ ਨੰਬਰ, ਦੈਨ ਹੈ ਸਿਲੇਬਸ ਦੇ ਅਕੋਰਡਿੰਗ ਕੀ ਜੋ ਹੈ ਚੈਪਟਰ ਨੇਮ ਹੈ ਐਂਡ ਉਹਦੇ ਕੰਟੈਂਟ ਕੀ ਰਹਿਣਗੇ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੰਡਸ, ਆਪਾਂ ਇੱਕ ਐਗਜ਼ਾਮਪਲ, ਚਲੋ ਆਪਾਂ ਲੈਕਚਰ 1 ਤੋਂ ਚੱਲਦੇ ਹਾਂ। ਲੈਕਚਰ 1 ਹੈ ਇੰਟਰੋਡਕਸ਼ਨ ਐਂਡ ਇਵੋਲਿਊਸ਼ਨ ਆਫ ਹਿਊਮਨ। ਸੋ ਚਾਹੇ ਇਹ ਸਿਲੇਬਸ ਨਹੀਂ ਹੈ ਲੇਕਿਨ ਫਿਰ ਵੀ ਆਪਾਂ ਇੱਕ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਤਾਂ ਕਿ ਹਿਸਟਰੀ ਦਾ ਜੋ ਬੇਸ ਆਪਣਾ ਸੋਲਿਡ ਰਵੇ, ਆਪਾਂ ਨੂੰ ਪਤਾ ਹੋਵੇ ਕਿ ਅਰਲੀ ਮੈਨ ਕਿਸ ਤਰ੍ਹਾਂ ਦਾ ਸੀ, ਪਲੀਓਲਿਥਿਕ ਏਜ ਕੀ ਹੁੰਦੀ ਹੈ, ਮੀਸੋਲਿਥਿਕ ਏਜ ਕੀ ਹੁੰਦੀ ਹੈ, ਨੀਓਲਿਥਿਕ ਐਂਡ ਚਾਲਕੋਲਿਥਿਕ ਏਜ ਜੋ ਹੈ ਉਹ ਕੀ ਹੁੰਦੀ ਹੈ। ਸੋ ਇਹ ਆਪਾਂ ਫਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਦੈਨ ਆਪਣਾ ਦਾ ਇੰਡਸ ਵੈਲੀ ਸਿਵਲਾਈਜੇਸ਼ਨ। ਹੁਣ ਜੋ ਮੈਂ ਗੱਲ ਕੀਤੀ ਸੀ ਕਿ ਹਿਸਟਰੀ ਸੇਮ ਹੀ ਰਹਿੰਦੀ ਹੈ ਲੇਕਿਨ ਡਿਫਰੈਂਸ ਕੀ ਆ ਜਾਂਦਾ ਹੈ, ਡਿਫਰੈਂਸ ਆ ਜਾਂਦਾ ਹੈ ਡਿਟੇਲ ਦੇ ਵਿੱਚ। ਹੁਣ ਇੰਡਸ ਵੈਲੀ ਸਿਵਲਾਈਜੇਸ਼ਨ ਆਪਾਂ ਸਟਾਰਟ ਕਰਕੇ ਇਹਨੂੰ 30 ਮਿੰਟ 'ਚ ਵੀ ਖ਼ਤਮ ਕਰ ਸਕਦੇ ਹਾਂ ਅਤੇ 3 ਦਿਨਾਂ 'ਚ ਵੀ ਖ਼ਤਮ ਕਰ ਸਕਦੇ ਹਾਂ, ਠੀਕ ਹੈ। ਕੀ ਡਿਫਰੈਂਸ ਰਹੇਗਾ ਕਿ ਆਪਾਂ ਕਿੰਨੀ ਡਿਟੇਲ ਦੇ ਵਿੱਚ ਜਾਂਦੇ ਹਾਂ। ਤੁਸੀਂ ਹੁਣ ਇੱਥੇ ਦੇਖ ਸਕਦੇ ਹੋ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਪਹਿਲੇ ਲੈਕਚਰ 'ਚ ਮੈਂ ਲਿਖਿਆ ਕਿ ਇੰਟਰੋਡਕਸ਼ਨ ਅਬਾਊਟ ਹੜੱਪਾ ਸਿਵਲਾਈਜੇਸ਼ਨ, ਉਹਨਾਂ ਦੀ ਟਾਊਨ ਪਲੈਨਿੰਗ ਅਤੇ ਕਿਹੜੀਆਂ ਸਿਟੀਜ਼ ਹੈ। ਦੈਨ ਉਹਨਾਂ ਦੀ ਇਕਨੋਮੀ, ਉਹਨਾਂ ਦੀ ਐਗਰੀਕਲਚਰ, ਉਹਨਾਂ ਦਾ ਆਰਟ ਐਂਡ ਕਰਾਫਟ। ਦੈਨ ਉਹਨਾਂ ਦੀ ਰਿਲੀਜੀਅਸ ਐਂਡ ਅਦਰ ਪ੍ਰੈਕਟਿਸਿਸ, ਕਿਸ ਤਰ੍ਹਾਂ ਉਹ ਪਸ਼ੂ ਪਾਲਨ ਕਰਦੇ ਸੀ, ਕਿਹੜੇ ਪਸ਼ੂਆਂ ਦੀ ਉਹ ਜੋ ਹੈ ਪਾਲਣਾ ਕਰਕੇ, ਜਾਂ ਕਿਸ ਤਰ੍ਹਾਂ ਉਹਨਾਂ ਦੀ ਰਿਲੀਜੀਅਸ ਇਫੈਕਟ ਹੁੰਦੇ ਸੀ। ਦੈਨ ਹੜੱਪਾ ਸਾਈਟਸ ਇਨ ਡਿਟੇਲ, ਕਿਹੜੀ ਸਾਈਟ ਕਦੋਂ ਮਿਲੀ ਐਂਡ ਉੱਥੇ ਦੀ ਖੁਦਾਈ ਤੋਂ ਦੇ ਵਿੱਚ ਕੀ ਚੀਜ਼ਾਂ ਸਭ ਤੋਂ ਇੰਪੋਰਟੈਂਟ ਮਿਲੀਆਂ। ਸੋ ਇਹ ਸਾਰੀਆਂ ਚੀਜ਼ਾਂ। ਦੈਨ ਉਹਨਾਂ ਦੇ MCQ ਸਭ ਤੋਂ ਇੰਪੋਰਟੈਂਟ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਰਿਵੀਜ਼ਨ ਐਜ਼ ਵੈਲ ਐਜ਼ ਪ੍ਰੈਕਟਿਸ ਉਹਨਾਂ ਦੇ MCQ। ਦੈਨ ਆਪਾਂ ਗੱਲ ਕਰਦੇ ਹਾਂ ਆਰੀਅਨ ਐਂਡ ਵੈਦਿਕ ਏਜ। ਉਸੇ ਤਰ੍ਹਾਂ ਸਭ ਤੋਂ ਪਹਿਲਾਂ ਉਹਨਾਂ ਦੀ ਇੰਟਰੋਡਕਸ਼ਨ, ਅਰਲੀ ਵੈਦਿਕ ਪੀਰੀਅਡ ਕੀ ਰਿਹਾ, ਉਹਨਾਂ ਦੀ ਇਕਨੋਮੀ ਕੀ ਰਹੀ, ਉਹਨਾਂ ਦੀ ਪੋਲੀਟੀਕਲ ਆਰਗੇਨਾਈਜੇਸ਼ਨ ਕਿੱਦਾਂ ਦੀਆਂ ਹੁੰਦੀਆਂ ਸੀ, ਉਹਨਾਂ ਦੇ ਰਿਚੁਅਲ ਕਿੱਦਾਂ ਦੇ ਸੀਗੇ। ਦੈਨ ਲੇਟਰ ਵੈਦਿਕ ਪੀਰੀਅਡ ਜਿਹਨੂੰ ਆਪਾਂ 1000 BC ਟੂ 500 BC ਦੇ ਵਿੱਚ ਗੱਲ ਕਰਾਂਗੇ। ਦੈਨ ਉਹਨਾਂ ਦਾ ਲਿਟਰੇਚਰ, ਸਭ ਤੋਂ ਇੰਪੋਰਟੈਂਟ ਵੈਦਿਕ ਲਿਟਰੇਚਰ। ਇਸ ਟੋਪਿਕ ਦੇ ਵਿੱਚ ਜਿੰਨੇ ਵੀ ਕੁਐਸਚਨ ਆਉਂਦੇ ਆ ਉਹ ਲਿਟਰੇਚਰ ਨਾਲ ਸੰਬੰਧਿਤ ਆਉਂਦੇ ਆ। ਰਿਗਵੇਦ, ਯਾਮਵੇਦ, ਉਹ ਸਾਰੇ ਉਹ ਜਿਹੜੇ ਹੈ ਰਿਗਵੇਦ, ਸਾਮਵੇਦ ਵਗੈਰਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਜੋ ਆਪਾਂ ਉਹਨਾਂ ਦੇ ਲਿਟਰੇਚਰ ਉਪਨਿਸ਼ਦ ਕਿਹੜੇ ਸੀ, ਉਹ ਸਾਰੇ ਉਹਨਾਂ ਦਾ ਕੁਐਸਚਨ ਆਉਂਦੇ। ਦੈਨ ਉਹਨਾਂ ਦੇ MCQ। ਸੋ ਇੱਥੇ ਮੈਂ ਐਗਜ਼ਾਮਪਲ ਜਸਟ ਪਹਿਲੇ ਬਾਅਦ ਵਾਲਾ ਵੀ ਸਾਰਾ ਪਲਾਨ ਤਿਆਰ ਹੈ, ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰੀ ਮੈਂ ਤੁਹਾਨੂੰ 2 ਸਲਾਈਡਾਂ ਦੇ ਵਿੱਚ ਦਿੱਤੀਆਂ ਕਿ ਇੱਦਾਂ ਦਾ ਪਲਾਨ ਹੋਣਾ ਚਾਹੀਦਾ, ਇੱਦਾਂ ਦਾ ਪਲਾਨ ਰਹੇਗਾ ਜਿਹਦੇ 'ਚ ਹਿਸਟਰੀ ਇੱਕ ਟੋਪਿਕ ਆਪਾਂ ਡਿਟੇਲ 'ਚ ਕਰ ਸਕੀਏ। ਦੈਨ ਆਪਾਂ ਗੱਲ ਕਰ ਰਹੇ ਸੀ ਇੰਟਰਨੈਸ਼ਨਲ ਪੋਲੀਟੀਕਲ ਆਰਗੇਨਾਈਜੇਸ਼ਨ, ਐਸੇ ਨਾਲ ਰਿਲੇਟ ਕਰਦੀ ਹੋਈ, ਕਿਉਂਕਿ ਵਰਲਡ ਵੋਰ 2 ਤੋਂ ਬਾਅਦ ਇਹ ਸਾਰੀਆਂ ਪੋਲੀਟੀਕਲ ਆਰਗੇਨਾਈਜੇਸ਼ਨ ਮੇਨਲੀ ਸ਼ੁਰੂ ਹੋਈਆਂ। ਸੋ ਸਿਲੇਬਸ ਦੇ ਵਿੱਚ ਲਿਖਿਆ ਹੋਇਆ ਹੈ ਵਰਲਡ ਬੈਂਕ, ਯੂਨਾਈਟਿਡ ਨੇਸ਼ਨ, ਬ੍ਰਿਕਸ, G20 ਐਂਡ ਅਦਰ ਐਸੇ ਤਰ੍ਹਾਂ ਦੀਆਂ ਸਾਰੇ, ਉਹ ਆਪਾਂ ਸਾਰਾ ਡਿਟੇਲ 'ਚ ਆਪਾਂ ਕਰ ਸਕਦੇ ਹਾਂ। ਦੈਨ ਅਗਰ ਆਪਾਂ UN ਦੀ ਗੱਲ ਕਰੀਏ,
UN ਹੁਣ ਤੱਕ ਆਪਾਂ ਕੀ ਪੜ੍ਹਦੇ ਹਾਂ ਕਿ ਇਹਦਾ ਹੈੱਡਕੁਆਟਰ ਹੈ ਨਿਊਯਾਰਕ ਦੇ ਵਿੱਚ। ਇਹ ਬਣਿਆ 24 ਅਕਤੂਬਰ 1945 ਐਂਡ ਇਹਨਾਂ ਦੇ ਜੋ ਕਰੰਟ ਜੋ ਹੈ ਉਹ ਹੈ ਐਂਤੋਨੀਓ ਗੁਤਰੇਸ। ਠੀਕ ਹੈ, ਇੰਨਾ ਆਪਾਂ ਪੜ੍ਹ ਲੈਂਦੇ ਹਾਂ। ਲੇਕਿਨ PCS ਲਈ ਇਹ ਤਾਂ ਸ਼ੁਰੂਆਤ ਦਾ ਵੀ 1% ਵੀ ਨਹੀਂ ਹੈ। ਆਪਾਂ ਨੂੰ ਪੜ੍ਹਨਾ ਪਏਗਾ ਕਿ UN ਕਿਉਂ ਬਣਿਆ। ਸਭ ਤੋਂ ਪਹਿਲਾਂ ਉਹਦੀ ਰਿਕੁਆਇਰਮੈਂਟ, ਦੈਨ ਉਸ ਤੋਂ ਬਾਅਦ UN ਦੀਆਂ ਕਿਹੜੀਆਂ ਬੋਡੀਜ਼ ਹੈ, ਤੁਹਾਨੂੰ ਵੈਸੇ ਹੀ ਮੈਂ ਬੋਲ ਕੇ ਦੱਸਦਾ। UNDP ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ, UNEP ਯੂਨਾਈਟਿਡ ਨੇਸ਼ਨ ਐਨਵਾਇਰਨਮੈਂਟ ਪ੍ਰੋਗਰਾਮ, UNICEF that is United Nations Children's Fund, WFP World Food Program, UNHCR that is United Nations High Commissioner on for Refugees, UNAIDS United Nation on UN program on HIV or AIDS, then UNFPA United Nation Population Fund, UN Habitat that is United Nation Habitat Fund, UNESCO United Nation Education Scientific and Cultural Organization। ਕਦੋਂ ਇਹ ਬਣੇ, ਇਹਨਾਂ ਬਾਰੇ ਕੀ ਨਿਊਜ਼ ਚੱਲ ਰਹੀਆਂ, ਇਹਨਾਂ ਬਾਰੇ ਇਹਨਾਂ ਦੇ ਹੈੱਡਕੁਆਟਰ ਕਿਹੜੀ ਜਗ੍ਹਾ ਹੈ, ਇੱਕ ਚੀਜ਼ ਆਪਾਂ ਨੂੰ ਇਹਦੇ 'ਚ ਡਿਸਕਸ ਕਰਨੀ ਹੁੰਦੀ ਹੈ। ਦੈਨ ਵਰਲਡ ਬੈਂਕ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਵਰਲਡ ਬੈਂਕ ਦਾ ਆਪਾਂ ਕਹਿੰਦੇ ਹੁੰਦੇ ਕਿ ਹੈੱਡਕੁਆਟਰ ਹੈ ਵਾਸ਼ਿੰਗਟਨ DC ਦੇ ਵਿੱਚ। IMF ਵਰਲਡ ਬੈਂਕ ਪਲੱਸ IMF ਇਹ ਜੋ ਹੈ ਇਹ ਬ੍ਰੈਟਨ ਵੁੱਡ ਜਿਹੜੇ ਹੈ ਉਹ ਆਪਾਂ ਕਹਿੰਦੇ ਹਾਂ ਕਿ ਇਹ ਬ੍ਰੈਟਨ ਵੁੱਡ ਕਨਵੈਨਸ਼ਨ ਨਾਲ ਬਣੇ। ਹੁਣ ਇਹਨਾਂ ਦੀ ਕੰਪਲੀਟ ਡਿਟੇਲ, ਵਰਲਡ ਬੈਂਕ ਜੋ ਹੈ ਇਹ ਕੰਬੀਨੇਸ਼ਨ ਹੈ IBRD ਐਂਡ IDA ਦਾ। ਹੁਣ ਇਹ ਕੀ ਚੀਜ਼ਾਂ ਹੁੰਦੀਆਂ, IBRD ਇੰਟਰਨੈਸ਼ਨਲ ਬੈਂਕ ਔਨ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਦੈਨ IDA ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ। ਇਹ ਜੋ ਹੁੰਦੀ ਹੈ ਇਹ ਡਿਫਰੈਂਟ ਕੰਟਰੀਜ਼ ਨੂੰ ਲੋਨ ਦਿੰਦੇ ਹੈ। IDA ਜੋ ਹੈ ਇਹ ਡਿਵੈਲਪਮੈਂਟ ਕੰਟਰੀਜ਼ ਨੂੰ, ਜਿਹੜੇ ਡਿਵੈਲਪਿੰਗ ਕੰਟਰੀਜ਼ ਲਾਈਕ ਇੰਡੀਆ, ਇਹਨਾਂ ਨੂੰ ਲੋਨ ਦਿੰਦੇ ਹੈ। ਹੋਰ ਜੋ ਗਰੀਬ ਕੰਟਰੀਜ਼ ਹੈ ਉਹਨਾਂ ਨੂੰ ਲੋਨ ਦਿੰਦੇ ਹੈ ਵਿਦਾਊਟ ਐਨੀ ਇੰਟਰਸਟ, ਬਿਨਾਂ ਕਿਸੇ ਵਿਆਜ ਦੇ, ਲੌਂਗ ਟਰਮ ਜੋ ਹੈ ਉਹ ਦਿੰਦੇ ਹੈ। IBRD ਕੀ ਹੈ, IBRD ਹੈ ਜੋ ਡਿਵੈਲਪਿੰਗ ਕੰਟਰੀਜ਼ ਜਾਂ ਉਸ ਤੋਂ ਉੱਪਰ ਦੀਆਂ ਕੰਟਰੀਜ਼ ਹੈ ਉਹਨਾਂ ਨੂੰ ਲੋਨ ਦੇਣਾ ਵਿਦ ਸਮ ਇੰਟਰਸਟ। ਸੋ IBRD ਦਾ ਕੰਮ ਰਹਿੰਦਾ ਹੈ। IDA ਦਾ ਕੀ ਕੰਮ ਰਹਿੰਦਾ ਹੈ, ਕਿੱਥੇ ਇਹਨਾਂ ਦੀ ਆਰਗੇਨਾਈਜੇਸ਼ਨ ਹੈ, ਕਿੰਨੇ ਮੈਂਬਰ ਹੈ, ਲਾਸਟ ਮੈਂਬਰ ਕੌਣ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਇੰਟਰਨੈਸ਼ਨਲ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਵਿੱਚ ਪੜ੍ਹਨੀਆਂ ਹੁੰਦੀਆਂ। ਇਹ ਤਾਂ ਜਸਟ ਇੰਟਰੋਡਕਸ਼ਨ ਹੈ, ਜਿਵੇਂ ਆਪਾਂ ਕਰਾਂਗੇ ਇਹ ਡਿਟੇਲ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਪਲੈਨਿੰਗ ਐਂਡ ਸਟ੍ਰੈਟਜੀ ਦੱਸ ਰਿਹਾ ਕਿ ਆਪਾਂ ਕਿਸ ਤਰ੍ਹਾਂ ਕਰਾਂਗੇ, ਅਤੇ ਤੁਸੀਂ ਖੁਦ ਜੋ ਅਗਰ ਪੜ੍ਹ ਰਹੇ ਹੋ ਤਾਂ ਕੀ ਚੀਜ਼ਾਂ ਤੁਹਾਨੂੰ ਇਹਦੇ 'ਚ ਪੜ੍ਹਨੀਆਂ ਚਾਹੀਦੀਆਂ। ਦੈਨ ਹੁਣ ਆਪਾਂ ਲਾਸਟ 'ਤੇ ਲੈਂਦੇ ਹਾਂ ਸਮ ਸੈਂਪਲ ਕੁਐਸਚਨ। ਇੱਥੇ ਮੈਂ ਉਹੀ ਗੱਲ ਕਰੂੰਗਾ ਕਿ ਜੋ ਹੈ ਹਿਸਟਰੀ ਦੀ ਗੱਲ ਕਰ ਲਈਏ, ਪੋਲੀਟੀਕਲ ਆਰਗੇਨਾਈਜੇਸ਼ਨ ਦੀ ਗੱਲ ਕਰ ਲਈਏ, ਇੰਟਰਨੈਸ਼ਨਲ ਦੀ ਗੱਲ ਕਰ ਲਈਏ, ਚੀਜ਼ਾਂ ਉਹੀ ਰਹਿੰਦੀਆਂ, ਲੇਕਿਨ ਵਟ ਸਿਵਲ ਸਰਵਿਸਿਜ਼ ਵਾਂਟ, ਕਿ ਇੱਕ ਸਿਵਲ ਸਰਵਿਸਿਜ਼ ਦੇ ਐਸਪਾਇਰੈਂਟ ਨੂੰ ਉਹ ਚੀਜ਼ਾਂ ਕਿਸ ਤਰੀਕੇ ਨਾਲ ਅਤੇ ਕਿੰਨੀ ਕੁ ਡਿਟੇਲ 'ਚ ਪੜ੍ਹਨੀਆਂ ਚਾਹੀਦੀਆਂ, ਉਹ ਤੁਹਾਨੂੰ ਇਹਨਾਂ ਤੋਂ ਪਤਾ ਲੱਗੇਗਾ। ਜਿਵੇਂ ਕਿ ਇਹ ਕੁਐਸਚਨ ਮੈਂ ਪਿਛਲੇ 3 PCS ਦੇ ਐਗਜ਼ਾਮ ਤੋਂ ਲਿੱਤੇ ਹੈ, 2018, 2016 ਐਂਡ ਦੈਨ ਉਸ ਤੋਂ ਪਹਿਲਾਂ ਵਾਲਾ ਜੋ PCS ਸੀ, ਇਹਨਾਂ 3 ਤੋਂ ਮੇਨਲੀ ਮੈਂ ਜੋ ਹੈ ਇਹ ਸਾਰੇ 10 ਕੁਐਸਚਨ ਜੋ ਹੈ ਉਹ ਲਿੱਤੇ ਹੈ। ਬਾਕੀ ਟਾਈਮ ਟੂ ਟਾਈਮ ਆਪਾਂ ਟੌਪਿਕ ਦੇ ਨਾਲ ਤਾਂ ਕਰਦੇ ਹੀ ਰਵਾਂਗੇ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਜੋ ਹੈ ਉਹ ਆਏ ਹੈ। फर्स्ट क्वेश्चन देखो, हड़प्पन सील्स, देखो सिंधु घाटी सभ्यता तो क्वेश्चन है कि जो हड़प्पन सील्स है ये किस तरह दी, जो उन्होंने मोहरा होंदियां सी, मोहरा जिन्हां नाल वो कोई बिजनेस वगैरह च आपां यूज़ करते सी, तो हड़प्पन सील्स जो है वो मोस्टली किहड़े जो मटीरियल नाल बनिया, इज इट स्टीटाइट, इज इट रेड सैंडस्टोन, इज इट टेराकोटा, इज इट इवोरी। सो द आंसर इज ए, स्टीटाइट, इहदे नाल बनिया। दैन सैकेंड क्वेश्चन है जो आप सैकेंड टॉपिक अपना लिता सी वैदिक जो है उनके तो आर्यंस तो, द लीडर ऑफ जैन गण वाज नोन एज, या आप ये कह सकते हैं कि आर्यंस तो बाद तीसरा टॉपिक जो उनके पैरल चलता है वो है बुद्धिज़म एंड जैनिज़म। सो उत्थों पूछा गया है कि जो जैन दे जो गण मीनस ग्रुप, जैन जो ग्रुप सी उस ग्रुप दे जो लीडर है उन्होंने की किया जाता सी, इसका आंसर है गंधार। दैन हू कोइंड दी नेम यूनाइटेड नेशन, हुण आपां यूनाइटेड नेशन की गल कर रहे सी, मैं तुहानूं कहा कि आपां सिर्फ हैडकुआटर करते हैं या आपां ये करते हैं कि उन्होंने इस टाइम इंचार्ज कौन है, कदों बनिया, बट तुसीं देखो क्वेश्चन कितनी डिटेल च आया है कि यूनाइटेड नेशन टर्म ही किन्ने दिती, हू कोइंड दी नेम, आ नेम जिहड़ा है ये नेम किन्ने सजैसट किया। सो इहदा जो इन्हां दा नाम है वो है फ्रैंकलिन डी रूजवेल्ट। सो इन्होंने ये जो नेम है ये दिता, ये तुसीं स्क्रीनशॉट लै सकते हो, बाद इन्हों डिटेल भी देख सकते हो। दैन तुसीं देखो नैक्सट क्वेश्चन होर डिटेल,
ਹੂ ਕੋਇਨਡ ਦੀ ਫਰੇਜ਼ ਬੈਨਲ ਨੈਸ਼ਨਲਿਜ਼ਮ। ਆਪਾਂ ਜਦੋਂ ਵਰਡ ਦੀ ਹਿਸਟਰੀ ਕਰਾਂਗੇ ਤਾਂ ਆਪਾਂ ਇਹਦੇ 'ਚ ਡਿਸਕਸ ਕਰਾਂਗੇ ਕਿ ਵਟ ਇਜ਼ ਬੈਨਲ ਜੋ ਨੈਸ਼ਨਲਿਜ਼ਮ। ਸੋ ਬੈਨਲ ਨੈਸ਼ਨਲਿਜ਼ਮ ਜੋ ਹੈ ਇਹ ਟਰਮ ਕ੍ਰੀਏਟ ਕੀਤੀ ਸੀ ਮਾਈਕਲ ਬਿਲਿੰਗ ਨੇ, ਮਾਈਕਲ ਬਿਲਿਕ। ਦੈਨ ਵਿਚ ਆਫ ਦੀ ਫਲੋਇੰਗ ਰਿਜ਼ਲਟਿਡ ਫਰੋਮ ਬ੍ਰੈਟਨ ਵੁੱਡ ਕਾਨਫਰੰਸ। ਸੋ ਅਗਰ ਤੁਸੀਂ ਡਿਟੇਲ ਸੁਣਿਆ, ਸੋ ਮੈਂ ਤੁਹਾਨੂੰ ਹੁਣੇ ਡਿਸਕਸ ਕੀਤਾ ਸੀ ਕਿ ਬ੍ਰੈਟਨ ਵੁੱਡ ਕਾਨਫਰੰਸ ਜਾਂ ਬ੍ਰੈਟਨ ਵੁੱਡ ਕਨਵੈਨਸ਼ਨ ਦੇ ਨਾਲ ਕੀ ਬਣਿਆ ਸੀ, ਵਰਲਡ ਬੈਂਕ ਐਂਡ IMF। ਸੋ ਦੀ ਆਂਸਰ ਇਜ਼ ਡੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਨੈਕਸਟ ਹੈ ਦੀ ਰਸ਼ੀਅਨ ਪੀਜ਼ੈਂਟਸ supported the Bolshevik in the 1917 revolution mainly because of Bolshevik promise to। ਸੋ ਬੋਲਸ਼ਵਿਕ ਜੋ ਸੀ ਉਹਨਾਂ ਨੇ ਕੀ ਪ੍ਰੋਮਿਸ ਕੀਤਾ ਸੀ ਜੋ ਪੋਪੂਲੇਸ਼ਨ ਨਾਲ। ਸੋ ਤੁਸੀਂ ਦੇਖੋ ਕਿ ਇਹ ਰਸ਼ੀਅਨ ਰੈਵੋਲੂਸ਼ਨ ਦਾ ਕੁਐਸਚਨ ਹੈ। ਸੋ ਕੀ ਉਹਨਾਂ ਨੇ ਕਿਹਾ ਸੀ ਕਿ ਐਸਟੈਬਲਿਸ਼ ਕੋਲੈਕਟਿਵ ਫਾਰਮਸ ਜਾਂ ਮੇਨਟੇਨ ਐਗਰੀਕਲਚਰ ਪ੍ਰਾਈਸ ਸਪੋਰਟ ਸਿਸਟਮ ਜਾਂ ਬ੍ਰਿੰਗ ਮੋਡਰਨ ਟੈਕਨੋਲੋਜੀ ਟੂ ਰਸ਼ੀਅਨ ਫਾਰਮਸ ਔਰ ਰੀਡਿਸਟ੍ਰੀਬਿਊਟ ਦੀ ਲੈਂਡ ਓਨਡ ਬਾਈ nobility। yes, this is the D will be the right answer। so this question is from the Russian Revolution 1970। so ਇੱਦਾਂ ਦੇ ਕੁਐਸਚਨ ਜੋ ਹੈ ਉਹ ਉਹਦੇ 'ਚ ਬਣਦੇ ਹੈ। ਨੈਕਸਟ ਦੇਖੋ, the main freedom fighter to evolve non-cooperation and use of Swadeshi as political weapon। so the answer is Satguru Ram Singh। the C will be the answer। then according to Karl Marx। so Karl Marx ਦੀਆਂ theories ਜਾਂ ਹੋਰ different ਜੋ historian ਹੈ ਉਹਨਾਂ ਦੀਆਂ theories ਵੀ ਆਪਾਂ ਨੂੰ ਪੜ੍ਹਨੀਆਂ ਹੈ। according to Karl Marx history is the record of। ਕਾਰਲ ਮਾਰਕਸ ਨੇ ਕੀ ਕਿਹਾ ਸੀ ਕਿ ਹਿਸਟਰੀ ਕੀ ਚੀਜ਼ ਹੈ, ਉਹਨਾਂ ਨੇ ਕਿਹਾ ਸੀ ਹਿਸਟਰੀ ਹੈ struggle between the classes in the society। ਉਸੇ ਕਰਕੇ ਹੀ ਰੈਵੋਲਿਊਸ਼ਨਸ ਹੁੰਦੀਆਂ, ਤਾਂ ਹੀ ਜੋ ਵਰਡ ਹਿਸਟਰੀ ਜਾਂ ਹਿਸਟਰੀ ਹੈ ਉਹ ਰੈਵੋਲਿਊਸ਼ਨ ਨਾਲ ਰਿਲੇਟ ਕਰਦੀ ਹੈ ਕਿ ਹਿਸਟਰੀ ਮੇਨਲੀ ਕੀ ਹੈ ਕਿ ਡਿਫਰੈਂਟ ਸਟ੍ਰੈਟਾ, ਡਿਫਰੈਂਟ ਕਲਾਸਿਸ ਆਫ ਦੀ ਸੋਸਾਇਟੀ ਕਿਸ ਤਰ੍ਹਾਂ ਡਿਵੈਲਪ ਹੋਈਆਂ। ਦੈਨ 9th ਕੁਐਸਚਨ ਅਗਰ ਆਪਾਂ ਦੇਖੀਏ, ਇਨ ਈਸਟਰਨ ਯੂਰਪ ਆਫਟਰ ਵਰਲਡ ਵਾਰ 1 the greatest obstacle to national unity in many nation state was the। ਯੂਰਪ ਦੇ ਵਿੱਚ ਜੋ ਈਸਟਰਨ ਯੂਰਪ ਦੇ ਵਿੱਚ ਆਫਟਰ ਵਰਲਡ ਵਾਰ ਜੋ ਹੈ ਉਹ ਡਿਫਰੈਂਟ ਓਬਸਟੈਕਲ ਕੀ ਆਈਆਂ, ਉਹ ਸੀ ਗ੍ਰੇਟ ਐਥਨਿਕ ਡਾਈਵਰਸਿਟੀ ਫਾਊਂਡ ਇਨ ਦੀ ਰੀਜਨ। ਸੋ A ਵਿਲ ਬੀ ਦੀ ਆਂਸਰ। ਦੈਨ ਲਾਸਟ ਕੁਐਸਚਨ ਅਗਰ ਆਪਾਂ ਅੱਜ ਦਾ ਡਿਸਕਸ ਕਰੀਏ, ਅਕੋਰਡਿੰਗ ਟੂ ਬੁੱਧਿਸਟ ਟੈਕਸਟ। ਸੋ ਦੇਖੋ ਇਹ ਹੈ ਇਹ ਬੁੱਧਿਸਟ ਲਿਟਰੇਚਰ ਨਾਲ ਰਿਲੇਟਿਡ। ਹੂ ਵਾਜ਼ ਦੀ ਫਸਟ ਵੀਮੈਨ ਟੂ ਐਂਟਰ ਸੰਘਾ। ਸੰਘਾ ਕੀ ਹੁੰਦਾ ਹੈ ਇਹ ਵੀ ਆਪਾਂ ਡਿਸਕਸ ਕਰਾਂਗੇ। ਐਂਡ ordained ਐਜ਼ ਭਿਖੁਨੀ। ਸੋ ਬੁੱਧਿਸਟ ਟੈਕਸਟ ਦੇ ਅਕੋਰਡਿੰਗ ਉਹ ਪਹਿਲੀ ਵਿਮਨ ਕਿਹੜੀ ਸੀ ਜਿਹਨੇ ਸੰਘਾ ਦੇ ਵਿੱਚ ਐਂਟਰ ਕੀਤਾ ਤੇ ਉਹਨੂੰ ਭਿਖੁਨੀ ਦੇ ਟਰਮ ਕਿਹਾ ਗਿਆ। ਸੋ ਇਹਦਾ ਆਨਸਰ ਹੈ ਮਹਾਪ੍ਰਜਾਪਤੀ ਗੌਤਮੀ। ਹੂ ਵਾਜ਼ ਸ਼ੀ, ਵੀ ਵਿਲ ਡਿਸਕਸ ਇਟ ਇਨ ਵੈਰੀ ਡਿਟੇਲ। ਓਕੇ, ਸੋ ਸਟੂਡੈਂਟ ਤੁਹਾਨੂੰ ਆਈਡੀਆ ਹੋ ਗਿਆ ਹੋਏਗਾ ਕਿ ਤੁਸੀਂ ਅਗਰ ਆਪਾਂ ਹਿਸਟਰੀ ਸਬਜੈਕਟ ਦੀ ਗੱਲ ਕਰੀਏ ਸੋ ਕਿੱਦਾਂ ਤੁਸੀਂ ਇਸ ਸਬਜੈਕਟ ਨੂੰ ਪਲਾਨ ਕਰਨਾ ਹੈ ਐਂਡ ਇਹਦਾ ਕੀ ਰਿਲੇਸ਼ਨ ਹੈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਾਲੇ ਟੌਪਿਕ ਦੇ ਨਾਲ। ਸੋ ਕੋਈ ਹੋਰ ਹੈਲਪ ਜਾਂ ਕੋਈ ਹੋਰ ਕਲੈਰੀਫਿਕੇਸ਼ਨ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਚਾਹੀਦੀ ਹੋਵੇ ਤਾਂ ਜਿਵੇਂ ਮੈਂ ਤੁਹਾਨੂੰ ਅੱਗੇ ਕਹਿੰਦਾ ਕਿ ਅਸੀਂ ਤੁਹਾਡੇ ਸਿਰਫ ਇੱਕ ਸਿੰਗਲ ਕਾਲ ਜਾਂ WhatsApp ਮੈਸੇਜ ਦੀ ਦੂਰੀ 'ਤੇ ਹਾਂ। ਤੁਸੀਂ ਆਹ ਨੰਬਰ 'ਤੇ ਕੰਟੈਕਟ ਕਰਕੇ ਕੁਝ ਵੀ ਜੋ ਗਾਈਡੈਂਸ ਹੈ ਉਹ ਲੈ ਸਕਦੇ ਹੋ। ਦੈਨ ਓਕੇ ਗਾਇਜ਼, ਆਲ ਦੀ ਵੈਰੀ ਬੈਸਟ। ਲੈਕਚਰ ਸੀਰੀਜ਼ ਮਿਲਦੇ ਹਾਂ।